Hello students, how are you? We are reading second chapter, half our P worth, and we have read so far. ਇੱਥੋਂ ਤੱਕ ਅਸੀਂ ਪੜ੍ਹ ਚੁੱਕੇ ਹਾਂ. Today we are going to start the next part of this lesson. Let's start. Let's read. He soon found that he could still survive under a new garb by waiting before officials and seeing people and filling of forms. He was soon allowed to continue his business as a fair price grain depot. और ਜਲਦੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਉਹ ਅਜੇ ਵੀ ਸਰਵਾਈਵ ਕਰ ਸਕਦਾ ਸੀ, ਕਿ ਉਹ ਅਜੇ ਵੀ ਬਚਿਆ ਰਹਿ ਸਕਦਾ ਸੀ. ਕਿਸ ਦੇ ਹੇਠ? ਇੱਕ ਨਵੇਂ ਪਹਿਰਾਵੇ ਵਿੱਚ, ਕਿ ਉਹ ਇੱਕ ਨਵੇਂ ਗਾਰਬ ਦੇ ਵਿੱਚ, ਇੱਕ ਨਵੇਂ ਪਹਿਰਾਵੇ ਦੇ ਵਿੱਚ ਉਹ ਅਜੇ ਵੀ ਬਚਿਆ ਰਹਿ ਸਕਦਾ ਸੀ. ਔਰ ਆਫੀਸ਼ੀਅਲਸ ਅਧਿਕਾਰੀਆਂ ਦੇ ਸਾਹਮਣੇ ਗਿੜਗਿੜਾ ਕੇ ਔਰ ਲੋਕਾਂ ਨੂੰ ਮਿਲ ਕੇ ਔਰ ਕੁਝ ਫਾਰਮ ਭਰ ਕੇ ਜਲਦੀ ਉਸ ਨੂੰ ਆਗਿਆ ਮਿਲ ਗਈ. ਹੀ ਵਾਸ ਸੂਨ ਅਲਾਉਡ, ਜਲਦੀ ਉਸ ਨੂੰ ਆਗਿਆ ਮਿਲ ਗਈ ਆਪਣੇ ਬਿਜ਼ਨਸ ਨੂੰ ਕੰਟੀਨਿਊ ਕਰਨ ਦੀ, ਸ਼ੁਰੂ ਕਰਨ ਦੀ. ਕਿਸ ਦੇ ਹੇਠ? ਫੇਅਰ ਪ੍ਰਾਈਸ ਗ੍ਰੇਨ ਡੈਪੋ ਦੇ ਹੇਠ, ਉਚਿਤ ਮੁੱਲ ਦੇ ਅਨਾਜ ਡਿਪੂ ਦੇ ਹੇਠ ਉਸ ਨੂੰ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ ਆਗਿਆ ਮਿਲ ਗਈ. ਹੀ groaned unhappily when he learned that he had to surrender all the rice his peasants cultivated in his village fields. ਔਰ ਉਹ unhappily ਅਪ੍ਰਸੰਨਤਾ ਨਾਲ ਚੀਕਿਆ when he learned, ਜਦੋਂ ਉਸ ਨੂੰ ਪਤਾ ਲੱਗਿਆ. ਕੀ ਪਤਾ ਲੱਗਿਆ ਉਸ ਨੂੰ? ਕਿ he had to surrender all the rice his peasants cultivated in his village field, ਕਿ ਉਸ ਨੂੰ ਸਾਰੇ ਚਾਵਲ ਸਰੈਂਡਰ ਕਰ ਦੇਣੇ ਪੈਣਗੇ, ਤਿਆਗ ਦੇਣੇ ਪੈਣਗੇ, ਜੋ ਉਸ ਦੇ ਮਜ਼ਦੂਰ ਕਿਸਾਨਾਂ ਨੇ ਉਸ ਦੇ ਪਿੰਡ ਵਾਲੇ ਖੇਤ ਵਿੱਚ ਜੋ ਪੈਦਾ ਕੀਤੇ ਸਨ. The whole thing seemed to him atrocious. ਇਹ ਜੋ ਸਾਰਾ ਮਸਲਾ ਸੀ, ਇਹ ਜੋ ਸਾਰਾ ਮਾਮਲਾ ਉਸ ਨੂੰ ਬਹੁਤ ਜ਼ਾਲਮਾਂ ਵਰਗਾ ਲੱਗਾ. ਐਟਰੋਸ਼ੀਅਸ, ਜ਼ਾਲਮਾਂ ਵਰਗਾ ਲੱਗਾ. They have to fix the price for my produce. ਉਹ ਮੇਰੀ ਪ੍ਰੋਡਿਊਸ ਦੀ, ਮੇਰੀ ਫਸਲ ਦੀ ਕੀਮਤ ਫਿਕਸ ਕਰਨਗੇ, ਤੈਅ ਕਰਨਗੇ. They have to give me permission to take what I myself produce. ਉਹ ਮੈਨੂੰ ਉਸ ਚੀਜ਼ ਨੂੰ ਲੈਣ ਦੀ ਆਗਿਆ ਦੇਣਗੇ ਜਿਹੜੀ ਮੈਂ ਖੁਦ ਉਗਾਉਂਦਾ ਹਾਂ, ਪ੍ਰੋਡਿਊਸ ਕਰਦਾ ਹਾਂ. ਬਟ ਹੀ ਐਕਸੈਪਟਡ ਦੀ ਪੋਜੀਸ਼ਨ, ਲੇਕਿਨ ਉਸਨੇ ਉਸ ਪੋਜੀਸ਼ਨ ਨੂੰ ਸਵੀਕਾਰ ਕੀਤਾ. ਵਿਦਾਊਟ ਮਚ ਆਊਟਵਰਡ ਪ੍ਰੋਟੈਸਟ, ਬਿਨਾਂ ਕਿਸੇ ਬਾਹਰੀ ਵਿਰੋਧ ਦੇ ਉਸਨੇ ਉਸ ਪੋਜੀਸ਼ਨ ਨੂੰ ਸਵੀਕਾਰ ਕਰ ਲਿਆ. ਹੀ ਸਲੈਪਟ ਲਿਟਲ, ਉਹ ਘੱਟ ਸੌਂਦਾ ਸੀ, ਉਸ ਨੂੰ ਹੁਣ ਘੱਟ ਨੀਂਦ ਆਉਂਦੀ ਸੀ. ਐਂਡ ਲੋਸਟ ਦੀ ਟੇਸਟ ਆਫ ਫੂਡ, ਔਰ ਹੁਣ ਉਹ ਭੋਜਨ ਲੈਣਾ ਵੀ ਭੁੱਲ ਗਿਆ ਸੀ. ਆਲ ਥਰੂ ਦੀ ਡਾਰਕ ਨਾਈਟਸ ਹੀ ਥਾਟ ਅਬਾਊਟ ਦਿਸ ਪ੍ਰੋਬਲਮ. ਸਾਰੀ ਰਾਤ ਉਹ ਸੋਚਦਾ ਰਹਿੰਦਾ ਇਸ ਪ੍ਰੋਬਲਮ ਦੇ ਬਾਰੇ. ਫਾਈਨਲੀ ਹੀ ਹੈਡ ਅ ਸੋਲਿਊਸ਼ਨ. ਅੰਤ ਵਿੱਚ ਉਸ ਨੂੰ ਇੱਕ ਹੱਲ ਮਿਲ ਗਿਆ. ਹੀ ਕ੍ਰਾਈਡ ਟੂ ਹਿਮਸੈਲਫ, ਔਰ ਉਹ ਖੁਦ ਉੱਚੀ ਆਵਾਜ਼ ਦੇ ਵਿੱਚ ਚੀਕਿਆ. ਆਈ ਸਟਿਲ ਹੈਵ ਮਾਈ ਰਾਈਸ ਇਨ ਦ ਫੀਲਡਸ ਐਂਡ ਆਈ ਸਟਿਲ ਹੈਵ ਦ ਬੈਗਸ ਇਨ ਮਾਈ ਗੋਡਾਊਨ. ਉਹ ਆਪਣੇ ਆਪ ਵਿੱਚ ਕੀ ਚੀਕਿਆ ਕਿ ਮੇਰੇ ਕੋਲ ਅਜੇ ਵੀ ਚਾਵਲ ਹਨ ਮੇਰੇ ਖੇਤ ਦੇ ਵਿੱਚ, ਔਰ ਮੇਰੇ ਗੋਦਾਮ ਦੇ ਵਿੱਚ ਅਜੇ ਵੀ ਚੌਲਾਂ ਦੀਆਂ ਬੋਰੀਆਂ ਹਨ. ਆਫਟਰ ਆਲ ਵਾਟ ਡਜ਼ ਦੀ ਗਵਰਨਮੈਂਟ ਵਾਂਟ? ਅਖੀਰਕਾਰ ਸਰਕਾਰ ਕੀ ਚਾਹੁੰਦੀ ਹੈ? ਟੂ ਹੈਵ ਥਿੰਗਸ ਇਨ ਨਾਈਸ ਸ਼ੇਪ ਔਨ ਪੇਪਰ, ਕਾਗਜ਼ਾਂ ਵਿੱਚ ਚੀਜ਼ਾਂ ਠੀਕ ਢੰਗ ਨਾਲ ਹੋਣ. ਵੀ ਸਰਕਾਰ ਇਹੀ ਚਾਹੁੰਦੀ ਹੈ ਕਿ ਕਾਗਜ਼ਾਂ ਦੇ ਉੱਪਰ ਜੋ ਚੀਜ਼ਾਂ ਨੇ ਉਹ ਸਹੀ ਸ਼ੇਪ ਦੇ ਵਿੱਚ ਹੋਣ, ਸਹੀ ਢੰਗ ਦੇ ਨਾਲ ਹੋਣ. ਦੈਟ ਦੇ ਸ਼ੈਲ ਹੈਵ, ਉਹਨਾਂ ਨੂੰ ਇਹ ਮਿਲੇਗਾ, ਉਹਨਾਂ ਨੂੰ ਕਾਗਜ਼ ਦੇ ਉੱਪਰ, ਪੇਪਰ ਦੇ ਉੱਪਰ ਸਭ ਚੀਜ਼ਾਂ ਸਹੀ ਮਿਲਣਗੀਆਂ. ਹੀ ਕੈਪਟ ਆਲ ਦੀ ਰਾਈਸ ਹੀ ਵਾਂਟਡ ਫॉर ਸੇਲ ਐਂਡ ਪਰਸਨਲ ਯੂਜ਼ ਬਟ ਆਊਟ ਆਫ ਸਾਈਟ ਐਂਡ ਆਊਟ ਆਫ ਪੇਪਰ. ਔਰ ਉਸਨੇ ਉਹ ਸਾਰੇ ਚਾਵਲ ਰੱਖ ਲਏ ਜੋ ਉਹ ਸੇਲ ਕਰਨਾ ਚਾਹੁੰਦਾ ਸੀ, ਉਹ ਜੋ ਵੇਚਣਾ ਚਾਹੁੰਦਾ ਸੀ, ਔਰ ਜੋ ਆਪਣੀ ਨਿੱਜੀ ਵਰਤੋਂ ਦੇ ਲਈ ਚਾਹੁੰਦਾ ਸੀ.
वो सारे चावल उसने रख लए, बट आउट ऑफ साइट, छुपा के, और आउट ऑफ पेपर, और बिना कागज़ां विच दिखाई। ही हैड टू गिव अवे अ लॉट ऑफ मनी टू पीपल हु केम टू एग्जामाइन हिज स्टॉक एंड अकाउंट्स। और उसनूं उन्हां लोकां नूं बहुत सारे पैसे देने पए, अ लॉट ऑफ मनी, उन्हां नूं बहुत सारे पैसे देने पे उन्हां लोकां नूं जो उसदे स्टॉक दी और जो उसदे खातिਆਂ ਦੀ ਜਾਂਚ ਕਰਨ ਲਈ ਆਉਂਦੇ ਸਨ। इफ ही पास्ट a 10 rupee currency note on such an occasion, और जेकर किसी एक मौके ते जेकर उसनूं 10 रुपए का नोट देना पै जाता तो इसका मतलब हुंदा इट मैंट ही हैड स्क्रीनड, इसका मतलब ये हुंदा कि उसने छुपा लिया है। फ्रॉम प्रेइंग आईज 1000 रुपीज़ वर्थ ऑफ ग्रेन, कि उसने हज़ारां रुपया का अनाज उन्हां दियां अखां तो छुपा लिया है। वैन ही थॉट इट ओवर, और जब उसने इस पर विचार किया तो ही रियलाइज्ड दैट ऑल कंट्रोल्स वर रियली अ पून। जब उसने इस पर विचार किया तो उसने महसूस किया कि वो जो सारे कंट्रोल सन, जो वो सारे नियंत्रण सन, वो उसके लिए वरदान सन। ही डिस्ट्रीब्यूटेड अ फ्यू आनाज फॉर चैरिटी ट्वाइस अ वीक, और हफ्ते में एक बार वो कुछ आने दान कर लगा। और की कर लगा, एंड ब्रोक अ कोकोनट एट द टेंपल ऑन फ्राइडे, और हर फ्राइडे नूं जाके वो मंदिर ते नारियल नूं तोड़दा इन एप्रीसीएशन, सन्मान दे विच, परमात्मा के सन्मान दे विच। क्यों? ऑफ गॉड्स इंटरस्ट इन हिज अफेयर्स, क्योंकि परमात्मा उसके अफेयर्स दे विच, परमात्मा उसके मामलों दे विच जो इंटरस्ट लै रहा सी, जो रुचि लै रहा सी, उस सन्मान दे विच जाके वो हर फ्राइडे नूं मंदिर में जाके नारियल फोड़ता। ग्रेजुअली विद एक्सपीरियंस ही बिकेम अ मास्टर ऑफ हिज सिचुएशन, हौली हौली अपने तजर्बे दे नाल वो उस स्थिति का मालक बन गया। एट हिज डेपो ही मेजर्ड आउट राइस विद अ डेफ्ट हैंड, डिपू ते वो तोलदा अपने कुशल हत्थां दे नाल, अपने तजर्बेकार हत्थां दे नाल चौलां नूं तोलदा। सो दैट एट द एंड ऑफ अ डे, इस तरह तोलदा कि दिन के अखीर दे विच अ कंसीडरेबल क्वांटिटी अक्यूमुलेटेड, कि दिन के अखीर दे विच वो काफ़ी ज़्यादा मात्रा विच चौल इकट्ठे कर लैंदा। विच वॉज नो बॉडी, जो किसी दे नहीं होंदे सन उस तो सिवा। एंड दैन ही डिलेड, और फिर इस तरह वो देर करदा। एंड ओपन, फिर दुकान खोलदा। एंड क्लोज्ड, फिर दुकान बंद कर देंदा। एंड रीओपनड हिज शॉप, और फिर अपनी दुकान नूं दोबारा खोलदा। इन सच आ मैनर, इस तरीके दे नाल कि एज टू मेक पीपल कम टू हिम सैवरल टाइम्स, कि लोकां नूं उसदे कोल काफ़ी वार आउणा पैंदा। एज टू मेक पीपल कम टू हिम सैवरल टाइम्स, इस तरीके नाल, क्योंकि कदे देरी नाल खोलदा, कदे वो जल्दी दुकान ओपन करदा। इस तरीके नाल लोकां नूं काफ़ी वार उत्थे आउणा पैंदा। बिफोर दे कुड गैट एनी राइस आउट ऑफ हिम, इस तो पहला कि उन्होंने उतों कुछ ना कुछ चौल मिल सकन। वैन दे हैड मनी ही हैड नो स्टॉक, और वैन ही हैड राइस दे हैड नो मनी, जद उन्होंने कोल पैसे होंदे तो उस कोल स्टॉक ना होंदा, और जद उस कोल चावल होंदे तो उन लोगों कोल पैसे नहीं होंदे सन। बाय ऑल दिस ही एक्यूमुलेटेड अ वास्ट क्वांटिटी ऑफ राइस एवरी वीक, इस तरीके नाल काफ़ी मात्रा विच हर हफ्ते चौल इकट्ठे कर लैंदा सी। एंड दैन आउट ऑफ हिज विलेज हारवेस्ट ओनली अ स्मॉल पोर्शन रीच्ड द फूड डिपार्टमेंट, और पिंड की फसल का कुछ हिस्सा जो फूड डिपार्टमेंट सन उन्हां कोल पहुँचदा सी। वैरी सून ही कन्वर्टड, जल्दी उसने
ਕਨਵਰਟ ਕਰ ਲਿਆ, ਬਦਲ ਲਿਆ। ਆਪਣੇ ਇੱਕ ਮਕਾਨਾਂ ਵਿੱਚੋਂ ਇੱਕ ਮਕਾਨ ਨੂੰ ਬਦਲ ਲਿਆ ਜੋ ਕਿੱਥੇ ਸੀ, ਬੈਕ ਸਟਰੀਟ ਦੇ ਵਿੱਚ। ਕਿਸ ਦੇ ਵਿੱਚ ਉਸਨੇ ਕਨਵਰਟ ਕਰ ਲਿਆ, ਗੋਦਾਮ ਦੇ ਵਿੱਚ। ਐਂਡ ਦੇਅਰ ਪਾਇਲਡ ਅਪ ਰਾਈਸ ਬੈਗਸ ਫਰੋਮ ਫਲੋਰ ਟੂ ਸੀਲਿੰਗ, ਔਰ ਉੱਥੇ ਉਸਨੇ ਢੇਰ ਲਾ ਦਿੱਤਾ। ਫਲੋਰ ਟੂ ਸੀਲਿੰਗ, ਫਰਸ਼ ਤੋਂ ਲੈ ਕੇ ਛੱਤ ਤੱਕ ਉਸਨੇ ਚੌਲਾਂ ਦੀਆਂ ਬੋਰੀਆਂ ਦੇ ਢੇਰ ਲਾ ਦਿੱਤੇ। ਇਟ ਵਾਸ ਸਪੋਜ਼ਡ, ਔਰ ਇਹ ਸਪੋਜ਼ ਕੀਤਾ ਜਾਂਦਾ ਸੀ ਕਿ ਟੂ ਬੀ ਅ ਸਟੋਰ ਆਫ ਵੇਸਟ ਪੇਪਰ ਐਂਡ ਰੈਗਸ, ਕਿ ਇਹ ਰੱਦੀ ਕਾਗਜ਼ਾਂ ਦਾ ਔਰ ਰੈਗਸ ਮਾਨੇ ਚਿੱਥੜਿਆਂ ਦਾ ਇੱਕ ਸਟੋਰ ਸੀ। ਇਸ ਤਰ੍ਹਾਂ ਮੰਨਿਆ ਜਾਂਦਾ ਸੀ ਵੀ ਉਹ ਜਿਹੜਾ ਗੋਦਾਮ ਹੈ ਉਹ ਰੱਦੀ ਕਾਗਜ਼ਾਂ ਦਾ ਔਰ ਚਿੱਥੜਿਆਂ ਦਾ ਇੱਕ ਸਟੋਰ ਸੀ। ਵਿਚ ਹੀ ਕਲੈਕਟਡ ਫੋਰ ਦੀ ਪੇਪਰ ਮਿਲਸ, ਜਿਸ ਨੂੰ ਉਹ ਕਾਗਜ਼ ਦੇ ਕਾਰਖਾਨੇ ਲਈ ਜਮ੍ਹਾਂ ਕਰਿਆ ਕਰਦਾ ਸੀ। ਥੈਂਕਸ।